हेलो दोस्तों, लास्ट ਲੈਕਚਰਸ ਦੇ ਵਿੱਚ ਆਪਾਂ ਵਰਗ ਸੰਖਿਆਵਾਂ ਦੀਆਂ ਪ੍ਰੋਪਰਟੀਆਂ ਬਾਰੇ ਗੁਣਾ ਬਾਰੇ ਗੱਲ ਕੀਤੀ ਸੀ। ਬੜਾ ਡਿਟੇਲ ਚ ਆਪਾਂ ਉਹਨੂੰ ਡਿਸਕਸ ਕੀਤਾ ਸੀ। ਹੁਣ ਇਸ ਟੌਪਿਕ ਦੇ ਵਿੱਚ ਆਪਾਂ ਵਰਗਮੂਲ ਦੀ ਗੱਲ ਕਰਨੀ ਹੈ। ਸਕੁਅਰ ਰੂਟ ਇਹ ਕੀ ਹੁੰਦਾ? ਸਕੁਅਰ ਰੂਟ ਉਦਾਹਰਨ ਲੈ ਕੇ ਚੱਲਦੇ ਹਾਂ। 1 ਦਾ ਵਰਗ 1 ਗੁਣਾ 1 1 ਹੈ ਨਾ। 1 ਦਾ ਵਰਗ 1 ਦੀ ਘਾਤ 2 1 2 ਦਾ ਵਰਗ 2 ਦੀ ਘਾਤ 2 2 ਗੁਣਾ 2 4 3 ਦਾ ਵਰਗ 3 ਦੀ ਘਾਤ 2 ਤੀਓ 9 4 ਦਾ ਵਰਗ 4 ਦੀ ਘਾਤ 2 ਚੌਕਮ ਚੌਕੀ 16 5 ਦਾ ਵਰਗ 5 ਦੀ ਘਾਤ 2 5 5 25 6 ਦਾ ਵਰਗ 6 ਗੁਣਾ 6 36 7 ਦਾ ਵਰਗ 7 ਗੁਣਾ 7 49। ਇਸੇ ਤਰੀਕੇ ਨਾਲ ਆਪਾਂ ਅਲੱਗ-ਅਲੱਗ ਸੰਖਿਆਵਾਂ ਦੇ ਵਰਗ ਕੀਤਾ ਹੈ। ਤਾਂ ਆਪਾਂ ਕੀ ਕੀਤਾ ਦੇਖੋ ਧਿਆਨ ਨਾਲ। ਸੰਖਿਆ ਤੇ ਵਰਗ। 1 ਦਾ ਵਰਗ 1 2 ਦਾ 4 3 ਦਾ 9 4 ਦਾ 16 5 ਦਾ 25 6 ਦਾ 36 7 ਦਾ 49 ਸੇਮ 8 ਦਾ 64 9 ਦਾ 81 10 ਦਾ 100। ਇਹੀ ਹੈ ਨਾ ਵਰਗ। ਹੁਣ ਤੱਕ ਆਪਾਂ ਗੱਲ ਕੀਤੀ ਸੀ ਵਰਗ ਦੀ, ਸੰਖਿਆ ਦੇ ਵਰਗ ਦੀ। ਜਦੋਂ ਵਰਗ ਕਰਦੇ ਆ ਆਪਾਂ 2 ਵਾਰ ਗੁਣਾ ਕਰਦੇ ਆ, ਮਤਲਬ ਆਪਾਂ ਖੱਬੇ ਤੋਂ ਸੱਜੇ ਚੱਲ ਰਹੇ ਸੀ। ਉਲਟਾ 1 ਦਾ ਵਰਗ 1 ਹੈ 2 ਦਾ ਵਰਗ 4 ਹੈ, ਤਾਂ ਜਿਹੜਾ 4 ਦਾ ਵਰਗਮੂਲ ਹੋਣਾ ਹੈ ਉਹ 2 ਹੋਣਾ। ਹੁਣ ਆਪਾਂ ਉਲਟਾ ਚੱਲ ਰਹੇ ਹਾਂ। ਸਮਝ ਆਈ ਨਾ ਮੇਰੀ ਗੱਲ? ਇਦੋਂ ਪਹਿਲਾਂ ਆਪਾਂ ਸਿੱਧਾ ਗੱਲ ਕੀਤੀ ਸੀ ਕਿ 2 ਦਾ ਵਰਗ 4 ਹੈ 3 ਦਾ ਵਰਗ 9 ਹੈ। ਹੁਣ ਆਪਾਂ ਉਲਟਾ ਚੱਲਾਂਗੇ। 4 ਦਾ ਵਰਗਮੂਲ 2 9 ਦਾ ਵਰਗਮੂਲ 3 16 ਦਾ ਵਰਗਮੂਲ 4 25 ਦਾ ਵਰਗਮੂਲ 5 36 ਦਾ ਵਰਗਮੂਲ 6 49 ਦਾ ਵਰਗਮੂਲ 7 64 ਦਾ ਵਰਗਮੂਲ 8। ਇਧਰੋਂ ਖੱਬੇ ਤੋਂ ਸੱਜੇ ਵਰਗ, ਸੱਜੇ ਤੋਂ ਖੱਬੇ ਵਰਗਮੂਲ। ਤਾਂ 4 ਦੇ ਵਰਗਮੂਲ ਦਾ ਮਤਲਬ ਕੀ ਹੈ? ਅਜਿਹੀ ਕਿਹੜੀ ਸੰਖਿਆ ਦੀ 2 ਵਾਰ ਗੁਣਾ ਕਰਕੇ 4 ਆਉਂਦਾ 2 ਦੀ। ਜਦੋਂ 2 ਦੀ 2 ਨਾਲ ਗੁਣਾ ਕੀਤੀ 4। 9 ਦੇ ਵਰਗਮੂਲ ਦਾ ਮਤਲਬ ਕੀ ਹੈ? ਅਜਿਹੀ ਕਿਹੜੀ ਸੰਖਿਆ ਦੀ 2 ਵਾਰ ਗੁਣਾ ਕਰਾਂਗੇ 9 ਆਊਗਾ 3 3 ਦੀ 3 ਨਾਲ ਗੁਣਾ ਕੀਤੀ ਤੀਓ 9 16 ਦਾ ਫਿਰ ਚੌਕਮ ਚੌਕੀ 16 25 ਅਜਿਹੀ ਕਿਹੜੀ ਸੰਖਿਆ ਦੀ 2 ਵਾਰ ਗੁਣਾ ਕਰਨ ਤੇ 25 ਆਉਂਦਾ 5 ਦੀ 5 5 25 ਛੇਕਮ ਛੇਕੀ 36 7 7 49 8 8 64। ਤਾਂ ਇਹ ਹੁੰਦਾ ਵਰਗਮੂਲ। ਉਲਟਾ ਇੱਕ ਸੰਖਿਆ ਦਾ ਜਿਹੜਾ ਵਰਗ ਹੈ ਤੇ ਜਦੋਂ ਆਪਾਂ ਉਹਨੂੰ ਹੱਲ, ਕਿਹੜੀ ਸੰਖਿਆ ਦਾ ਉਹ ਵਰਗ ਹੈ ਉਹ ਕੀ ਹੁੰਦਾ ਹੈ? ਵਰਗਮੂਲ। ਛੋਟੀਆਂ ਸੰਖਿਆਵਾਂ ਦੇ ਆਪਾਂ ਵਰਗਮੂਲ ਆਰਾਮ ਨਾਲ ਕੱਢ ਸਕਦੇ ਹਾਂ, ਆਰਾਮ ਨਾਲ ਆਪਾਂ ਨੂੰ ਪਤਾ ਲੱਗ ਸਕਦੇ ਆ, ਆਪਾਂ 15 16 ਤੱਕ ਯਾਦ ਕਰ ਸਕਦੇ ਹਾਂ। ਪਰ ਜਦੋਂ ਵੱਡੀਆਂ ਸੰਖਿਆਵਾਂ ਆ ਗਈਆਂ, ਮੰਨ ਲਓ 729 ਆ ਗਿਆ, ਤਾਂ ਆਪਾਂ ਕਿੰਨਾ ਕੁ ਚੈੱਕ ਕਰਾਂਗੇ? 1156 ਆ ਗਿਆ, ਆਪਾਂ ਕਿੰਨਾ ਕੁ ਚੈੱਕ ਕਰਾਂਗੇ? ਤਾਂ ਉਹਨੂੰ ਹੱਲ ਕਰਨ ਦੇ ਲਈ ਆਪਣੇ ਕੋਲੇ ਅਲੱਗ-ਅਲੱਗ ਵਿਧੀਆਂ ਹਨ। ਪਹਿਲੀ ਵਿਧੀ ਅਪਾਚ ਗੁਣਨਖੰਡੀਕਰਨ ਵਿਧि, प्राइम फैक्टराइजेशन मेथड। तो सब तो पहला ये विधि ਆਪਾਂ 6ਵੀਂ ਕਲਾਸ ਵਿੱਚ ਡਿਸਕਸ ਕੀਤਾ ਸੀ। ਇੱਥੇ ਮੈਂ ਦੁਬਾਰਾ ਦੱਸ ਰਿਹਾ। ਪਹਿਲਾਂ ਤਾਂ ਆਪਾਂ ਇਹ ਪਤਾ ਕਰਦੇ ਹਾਂ ਅਪਾਜ ਗੁਣਨਖੰਡੀਕਰਨ ਕਰਨਾ ਕਿਵੇਂ ਹੈ। ਵਰਗਮੂਲ ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਉਦਾਹਰਨ ਲਿਖ ਰਿਹਾ ਮੈਂ ਕੁਝ। 36 64 72 ਮੈਂ 3 ਉਦਾਹਰਨਾਂ ਲੈ ਰਿਹਾ। ਆਪਾਂ ਤਿੰਨਾਂ ਦਾ ਅਪਾਜ ਗੁਣਨਖੰਡੀਕਰਨ ਕਰਨਾ ਹੈ। 36 ਇਹ ਕਿਹੜੇ ਪਹਾੜੇ ਤੇ ਵੰਡਿਆ ਗਿਆ? 2 ਤੇ। 2 एकम 2 16 8 दूनी 16 फिर ये किस ते गया 2 ते 9 फिर ये 3 ते गया
ਹੁਣ ਇਹ 3 ਤੇ ਗਿਆ, क्योंकि अभाज गुणनखंडीकरण का मतलब जिहड़ा इत्थे अभाज शब्द है ना, यह अभाज शब्द दस रहा है अभाज संख्यावां नूं। तां आपां जिहड़ी वंड करनी है वो असल दे विच अभाज संख्यावां नाल करनी है। देखो ते आपां नूं पता है अभाज संख्यावां कित्थों शुरू होंदियां, 2 तो। 2 3 5 7 11 13 64 2 ते गया, 3 दूना 6, 2 दूनी 4, 2 ते वंडिया गया 16, 2 ते वंडिया गया 8, 2 ते वंडिया गया 4, 2 ते वंडिया गया 2, 2 ते वंडिया गया 1, 72, 2 ते वंडिया गया 36, 2 ते 18, 2 ते 9, 3 ते 30 9, 3 ते 1। तो यह होंदा अभाज गुणनखंडीकरण। तो 36 किहदे बराबर आंदा है, 2 गुना 2 गुना 3 गुना 3। 64 2 गुना 2 गुना 2 गुना 2 गुना 2 गुना 2 है ना। तो 72 2 गुना 2 गुना 2 गुना 3 गुना 3। यह हो गया अपने कोले अभाज गुणनखंडीकरण। हुण क्वेश्चन अपना की हुंदा है, आपां की पता करना है, वर्गमूल। आपां अभाज गुणनखंडीकरण विधि राही वर्गमूल पता करना है। तो वर्गमूल ते आपां गल कीती सी, वर्गमूल का मतलब की हुंदा है, अजिही संख्या दी 2 बार गुना करो। अगर आपां 25 की गल कीती सी तां 25 असल दे विच इक्को नाल दी संख्या दी 2 बार गुना करन ते आंदा है। जोटे आंदे ने मेरे कहण दा मतलब। तो फिर इत्थे की तरीका देखो, तुसीं जोटे लभो, एक जोटा आ रहा, एक जोटा आ रहा, तो उरे जोटे आ गए, यदा मतलब आप इसका वर्गमूल कट सकते हैं। तो फिर 36 का वर्गमूल की होना है, दोनों जोटियां दे विचों एक एक संख्या नूं बाहर कड्डो। 2 गुना 3 किहदे बराबर आ गया, 6 दे। 64 आ जोटा है, आ भी कंप्लीट जोटा है, आ भी जोटा है। तो फिर 64 का जो वर्गमूल है 2 गुना 2 गुना 2, एक इत्थों आ गया, एक इत्थों आ गया, एक इत्थों आ गया। इत्थे देखो उरे का जोटा पूरा कला बच गया, यदा मतलब आप फिलहाल इसका वर्गमूल नहीं कट सकते। तरीके नाल जिहड़ी संख्या दे अभाज गुणनखंडी दे विच जोटे इक्को नाल दी संख्यावां दे जोड़े पूरे होण, आपां उहदा वर्गमूल कट सकते हैं। इत्थे नहीं हैगे तो फिलहाल आपां 72 का वर्गमूल नहीं कट सकते। आप कुछ होर उदाहरण लैके चलते हैं। हुण आप वो संख्यावां लैके चलांगे जिहड़ियां पूर्ण वर्ग संख्यावां ने। उदाहरण देखो 144, 2 ते वंडिया 7 दूनी 14, 2 दूनी 4, 2 ते फिर वंडिया गया 36, 2 ते गया 18, 2 ते गया 9 दूनी 18, 30 9, 3 एकम 3। तो फिर 144 किहदे बराबर आ गया, 2 गुना 2 गुना 2 गुना 2 गुना 3 गुना 3। इत्थे एक गल होर ध्यान च रखनी है, एक नहीं लिखना। क्यों नहीं लिखना, क्योंकि आप अभाज गुणनखंड की गल कर रहे हैं, अभाज संख्यावां की गल कर रहे हैं, तो आपां नूं पता है एक अभाज संख्या नहीं हैगी, तो आप सिर्फ बाकी संख्यावां लिखनी है। 144 का फिर वर्गमूल कितना हो गया, हुण 144 का आ जोटा पूरा, आ जोटा पूरा, आ जोटा पूरा, तो इन्हां दे विचों एक एक संख्या लो। एक इहदे विचों ले लिया, एक इहदे विचों संख्या ले ली, एक इहदे विचों ले ली। 2 दूनी 4 तीए 12। तो इसका मतलब अगर 12 की 2 बार गुना करोगे, आप चेक करके देखते हैं, 12 की 2 बार गुना करांगे तो जिहड़ा आंसर आऊगा कितना आऊगा, 144 आंसर आना है। तो इस तरीके दे नाल आपां अभाज गुणनखंडीकरण दे राहीं वर्गमूल कट सकते हैं। होर उदाहरण देखो 225। हुण 225 आपां नूं पता है 5 ते वंडिया जाओ, 5 चौका 20, 25, 5 5 25, 5 ते गया 9, 30 9, 3 ते गया 1। तो फिर 225 किहदे बराबर आ गया, 5 गुना 5 गुना 3 गुना 3। तो 225 का वर्गमूल
की करांगे आपां जोटे पूरे करांगे, है ना। आ कंप्लीट है, आ कंप्लीट है, एक 5 इत्थों आ गया, एक 3 इत्थों आ गया, 5 तीए 15। तो यदा मतलब यह है जो 15 की आप 2 बार गुना करांगे तो अपने को कितना आ जाना है, 225 आ जाना है। हुण आप अगे देखो उदाहरण लेके चलते हैं। 784 2 ते वंडिया 39, 2 ते गया 196, फिर 2 ते वंडिया 98, 2 ते वंडिया 49, 7 7 49, 7 एकम 7। तो 784 किहदे बराबर आ गया, देखो 2 गुना 2 गुना 2 गुना 2 गुना 7 गुना 7 जोटे। आ जोटा कंप्लीट, आ 2 संख्यावां इको नाल दियां, आ इको नाल दियां, ते 784 का फिर वर्गमूल की हो गया, 1 2 इत्थों 1 2 इत्थों 1 7 इत्थों, 2 दूनी 4 4 7 28। तो 784 किस दा वर्गमूल कितना हो गया, 28 हो गया। तो उल्टा जो सोचांगे 28 का जिहड़ा वर्ग है वह कितना होगा, 784। अगली उदाहरण लेके चलते हैं 1156। आप 1156 का वर्गमूल कढ़ना है। 2 दे पहाड़े ते गया क्योंकि जोटे वाली संख्या है, 578, 2 ते गया 299। हुण 299 किस ते वंडिया जाऊगा, ये बहुत इंपॉर्टेंट चीज़ है। तुसी बहुत ट्राई करोगे। एक मैं थोड़ी एक पर्सनल राय देनी है दोस्तों, इत्थे तुसी 3-4 वर्ग थोड़े याद होन जिहड़ियां अभाज्य संख्यावां ने 11 13 17 ते 23, ये 4 19 ते 23, ये 5 अभाज्य संख्यावां ने जिन्हां दा वर्ग तुहानूं याद होवे। इहदा वर्ग हो गया 121, इहदा वर्ग हो गया 169, इहदा वर्ग हो गया 299, इहदा वर्ग हो गया 361 ते इहदा वर्ग हो गया 529। ये 5 नूं जरूर याद रखियो क्योंकि यह अभाज्य संख्यावां दे वर्ग ने, तो मतलब किसी भी होर पहाड़े ते नहीं वंडे जाते। जिवें उरे 299 आ गया, तुसीं आपां ज़्यादातर जिवें कोशिश करते हैं 2 3 5 7 ते कोशिश करते हैं, आपां अगे नहीं जाते। तो इत्थे थोड़ा ध्यान रखना है, जिहड़ा 299 किहदा वर्ग है, 17 का, क्योंकि होरे किसी पहाड़े ते नहीं वंडिया जाना। तो तुसीं एटलीस्ट आ 5 ते जरूर याद रखने, जिहड़ियां 5 मेन पहलियां 5 अपनियां जिहड़ियां यह 5 अभाज्य संख्यावां ने 11 13 17 29 ते 23। वैसे तो तुहाडे 30 तक वर्ग सारे दे याद होने चाहिए ने, परंतु ये जरूर याद होने चाहिए हैं। तो फिर 1156 देखो किहदे बराबर आ गया, 2 गुना 2 गुना 7 17 गुना 17। तो 1156 का जिहड़ा वर्गमूल की करांगे, जोटे बनावांगे। एक जोटे दे विचों एक बार, दूजे जोटे दे विचों दूजी संख्या बार। तो 2 की 17 गुना की कितना आ गया, 34 आ गया। तो 1156 किस दा वर्गमूल है, 34 का। तो इस तरीके नाल देखो आपां सारियां जिन्नियां भी संख्यावां अपने कोले हैगियां ने आपां बड़े आराम नाल कट सकते हैं। अगली आपां संख्या लेके चलते हैं 1225। 1225 पिछे 5 आ गया, 5 के पहाड़े ते वंडिया जाऊगा, 2 4 5, फिर ये 5 ते वंडिया गया, 5 चौका 20, 9 5 45, हुणे 7 ते गया, 7 7 49, 7 एकम 7। तो 1225 किहदे बराबर आ गया, 5 गुना 5 गुना 7 गुना 7। तो 1225 का वर्गमूल की करांगे, फिर आपां जोटे। एक जोटा आ रहा, एक जोटा आ रहा, पहले चो 5 बार, दूजे चो 7 बार। तो कितना आंसर अपने को आ गया, 35 आंसर अपने को आ चुके। देखो मैं कोशिश कर रहा कुछ संख्यावां इस करके अगे दे के ले जाने की, हौली हौली वड्डियां संख्यावां करनी आपां नहीं वधन दी, ताकि क्वेश्चन की हो जाए, सौखा हो जाए। अगे गल करते हैं आपां 1764 की। 2 दे पहाड़े ते गया 8 8 2, 2 ते गया 441। हुणे किहड़े पहाड़े ते वंडिया जाऊगा, 3 दे पहाड़े की भाज योगता याद है, 3 दे भी आप 3 लिए चैक करना है। अंकां का जोड़ करो, जिहड़ी संख्या दिती हुई है अंकां का जोड़ करो। 4 ते 4 8, 8 ते 1 9, अंकां का जोड़ है
अगर 3 ਤੇ ਵੰਡਿਆ ਜਾਂਦਾ ਹੈ ਤਾਂ ਸੰਖਿਆ 3 ਤੇ ਵੰਡੀ ਜਾਊਗੀ। 4 ਤੇ 4 8, 8 ਤੇ 1 9, 9 3 ਤੇ ਵੰਡਿਆ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਸੰਖਿਆ 3 ਤੇ ਵੰਡੀ ਜਾਊਗੀ। 3 ਏਕਮ 3 1 ਬਚ ਗਿਆ 14, 4 ਤੀਏ 12 2 ਬਚ ਕੇ 21, 7 ਤੀਆ 21। ਫਿਰ ਚੈੱਕ ਕਰਦੇ ਹਾਂ 1 ਤੇ 4 5, 5 ਤੇ 7 12, 12 ਵੀ 3 ਤੇ ਵੰਡਿਆ ਗਿਆ 3, 4 ਤੀਏ 12 27 49, 7 7 49 1। ਤਾਂ 1764 ਕਿਹਦੇ ਬਰਾਬਰ ਆ ਗਿਆ 2 ਗੁਣਾ 2 ਗੁਣਾ 3 ਗੁਣਾ 3 ਗੁਣਾ 7 ਗੁਣਾ 7। ਤਾਂ ਫਿਰ 1764 ਦਾ ਵਰਗਮੂਲ ਕੀ ਕਰਾਂਗੇ ਆਪਾਂ ਜੋਟੇ ਬਣਾਵਾਂਗੇ। ਇੱਕ ਜੋਟਾ ਦੂਜਾ ਜੋਟਾ ਤੀਜਾ ਜੋਟਾ। 1 2 ਬਾਹਰ ਆ ਗਿਆ 1 3 1 7 ਤਾਂ ਆਪਾਂ ਗੁਣਾ ਕੀਤੀ 2 ਤੀਆ 6 6 7 42 ਤਾਂ ਜਿਹੜਾ ਆਪਣਾ ਆਨਸਰ ਹੈ ਉਹ ਕਿੰਨਾ ਆ ਗਿਆ 42 ਆ ਗਿਆ। ਅੱਗੇ ਹੋਰ ਸੰਖਿਆਵਾਂ ਆਪਾਂ ਲੈ ਕੇ ਚੱਲਦੇ ਹਾਂ। 2304 ਦੀ ਮੈਂ ਗੱਲ ਕਰਦਾ। 2 ਤੇ ਵੰਡਿਆ 5 2, 2 ਤੇ ਵੰਡਿਆ 5 7 6, 2 ਤੇ ਵੰਡਿਆ 2 ਦੂਣੀ 4 17 8 ਦੂਣੀ 16 8 ਦੂਣੀ 16, 2 ਤੇ ਵੰਡਿਆ 144 ਕਿਉਂਕਿ ਜੋਟਾ ਚੱਲ ਰਿਹਾ ਦੇਖੋ। 2 ਤੇ ਵੰਡਿਆ 72, 2 ਤੇ 36, 2 ਤੇ 18, ਫਿਰ ਇਹ 2 ਤੇ ਵੰਡਿਆ ਗਿਆ 2 9 18, 3 9 3 ਏਕਮ 3। ਤਾਂ ਜੋ 2304 ਹੈ ਕਿਹਦੇ ਬਰਾਬਰ ਆ ਗਿਆ 2 ਗੁਣਾ 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 3 ਗੁਣਾ 3। 2304 ਦਾ ਵਰਗਮੂਲ ਕੀ ਕਰਾਂਗੇ ਜੋਟੇ। ਪਹਿਲਾ ਜੋਟਾ ਦੂਸਰਾ ਤੀਸਰਾ ਚੌਥਾ ਪੰਜਵਾਂ। 1 2 ਇੱਥੋਂ ਬਾਹਰ 1 2 ਇੱਥੋਂ ਬਾਹਰ 1 2 ਇੱਥੋਂ ਬਾਹਰ 1 2 ਇੱਥੋਂ ਬਾਹਰ 1 3 ਇੱਥੋਂ ਬਾਹਰ। 2 ਦੂਣੀ 4 4 ਦੂਣੀ 8 8 ਦੂਣੀ 16 16 ਤੇ 48 ਤਾਂ 2304 ਦਾ ਜਿਹੜਾ ਵਰਗਮੂਲ ਹੈ ਕਿੰਨਾ ਆ ਗਿਆ 48 ਆ ਗਿਆ। ਹੋਰ ਉਦਾਹਰਨ ਆਪਾਂ ਲੈ ਕੇ ਚੱਲਦੇ ਹਾਂ ਥੋੜੀ ਵੱਡੀ। 7744 7744 क्योंकि जोटे वाली संख्या 2 ते वंडी गई 3872, 2 ते वंडिया 1936, 2 ते वंडिया 968, 2 ते वंडिया 484, 2 ते वंडिया 242, 2 ते वंडिया 121। हुण आ गया 121। ये किहड़े पहाड़ ते जाऊगा। ਤੁਹਾਨੂੰ ਮੈਂ ਕੀ ਦੱਸਿਆ ਸੀ ਲਾਸਟ ਟਾਈਮ ਇਹ ਕੁਝ ਸੰਖਿਆਵਾਂ ਦੇ ਵਰਗ ਯਾਦ ਰੱਖੋ ਕਿਉਂਕਿ ਨਾ 2 ਤੇ ਜਾਵੇ ਨਾ 3 ਤੇ ਨਾ 5 ਤੇ ਇਹ ਸਿੱਧਾ 11 ਤੇ ਜਾਊਗਾ। ਇਹ 5 ਸੰਖਿਆਵਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਰਗ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਤੁਹਾਨੂੰ ਕਨਫਰਮ ਯਾਦ ਹੋਣੇ ਚਾਹੀਦੇ ਹੈ ਕਿਉਂਕਿ ਇਹ ਕਿਸੇ ਵੀ ਹੋਰ ਪਹਾੜੇ ਤੇ ਨਹੀਂ ਵੰਡੇ ਜਾਂਦੇ। 121 169 299 361 ਤੇ 529। ਤਾਂ 7744 ਕਿਹਦੇ ਬਰਾਬਰ ਆ ਗਿਆ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2 ਗੁਣਾ 11 ਗੁਣਾ 11। ਤਾਂ 7740 ਦਾ ਵਰਗਮੂਲ। ਆ ਜੋਟਾ ਕੰਪਲੀਟ ਆ ਜੋਟਾ ਕੰਪਲੀਟ ਆ ਜੋਟਾ ਕੰਪਲੀਟ ਆ ਜੋਟਾ ਕੰਪਲੀਟ। 1 2 ਇੱਥੋਂ ਆ ਗਿਆ 1 2 ਇੱਥੋਂ ਆ ਗਿਆ 1 2 ਇੱਥੋਂ ਆ ਗਿਆ 1 11 ਇੱਥੋਂ ਆ ਗਿਆ। 2 ਦੂਣੀ 4 4 ਦੂਣੀ 8 8 ਦੀ 11 ਨਾਲ ਗੁਣਾ ਕੀਤੀ 88। ਤਾਂ ਜਦੋਂ 7740 ਦਾ ਵਰਗਮੂਲ ਕਰਾਂਗੇ ਆਪਣੇ ਕੋਲ ਕਿੰਨਾ ਆ ਜੂ 88। ਤਾਂ ਇਹ ਤਾਂ ਸੀ ਅਭਾਜ ਗੁਣਨਖੰਡ ਵਿਧੀ ਰਾਹੀਂ ਵਰਗਮੂਲ ਕੱਢਣਾ। ਹੁਣ ਆਪਾਂ ਇਸ ਦੇ ਕੁਝ ਕੁ ਐਪਲੀਕੇਸ਼ਨ ਤੇ ਗੱਲ ਕਰਾਂਗੇ ਕੁਝ ਕਹਿੰਦੇ ਕੁਐਸਚਨਸ ਤੇ ਗੱਲ ਕਰਾਂਗੇ ਜਿੱਥੇ ਇਹ ਜੋ ਟੌਪਿਕ ਹੈ ਇਹ ਵਰਤਿਆ ਜਾਂਦਾ ਹੈ ਮਤਲਬ ਇਸ ਨੂੰ ਆਪਾਂ ਕਿਵੇਂ ਵਰਤ ਸਕਦੇ ਹਾਂ। ਤਾਂ ਕੁਐਸਚਨ ਕੀ ਕਹਿ ਰਿਹਾ ਹੈ ਉਹ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਜਾਂ 200 ਇੱਕ ਸੰਖਿਆ ਹੀ ਲੈ ਲੈਂਦੇ ਹਾਂ 252 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ
गुना ਕੀਤੀ ਜਾਵੇ ਤਾਂ ਜੋ ਉਹ ਪੂਰਨ ਵਰਗ ਬਣ ਜਾਵੇ। 252 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕੀਤੀ ਜਾਵੇ ਕਿ ਉਹ ਪੂਰਨ ਵਰਗ ਬਣ ਜਾਵੇ। ਆਪਾਂ ਗੁਣਾ ਕਰਨੀ ਹੈ, ਠੀਕ। ਤਾਂ 252 ਨੂੰ ਪਹਿਲਾਂ ਆਪਾਂ ਗੁਣਨਖੰਡ ਬਣਾਵਾਂਗੇ। 2 ਦੇ ਪਹਾੜੇ ਤੇ ਗਿਆ 126, ਫਿਰ 2 ਤੇ ਗਿਆ 63, 3 ਤੇ ਗਿਆ 21, 3 7 21, 7 ਤੇ ਗਿਆ 1। ਤਾਂ 252 ਕਿਹਦੇ ਬਰਾਬਰ ਆ ਗਿਆ? 2 ਗੁਣਾ 2 ਗੁਣਾ 3 ਗੁਣਾ 3 ਗੁਣਾ 7। ਕਿਉਂਕਿ ਆਪਾਂ ਉਹਨੇ ਗੁਣਾ ਕਰਨੀ ਹੈ ਤਾਂ ਇਹ ਗੱਲ ਕਲੀਅਰ ਹੈ, ਇਹ ਸੰਖਿਆ ਪੂਰਨ ਵਰਗ ਨਹੀਂ ਹੈਗੀ। ਤਾਂ ਇਹਦਾ ਮਤਲਬ ਇੱਥੇ ਜੋਟੇ ਵੀ ਪੂਰੇ ਨਹੀਂ ਆਉਣਗੇ। ਤਾਂ ਕਿਹੜੇ ਜੋਟੇ ਪੂਰੇ ਨੇ? ਆ ਵੀ ਪੂਰਾ ਹੈ, ਆ ਵੀ ਪੂਰਾ ਹੈ, ਪਰ ਜਿਹੜਾ 7 ਹੈ ਉਹ ਕੱਲਾ ਹੈ ਨਾ। ਜਿਹੜਾ 7 ਹੈ ਉਹ ਕੱਲਾ ਹੈ। ਲੇਕਿਨ ਆਪਾਂ ਨੂੰ ਸੰਖਿਆ 'ਚ ਕੀ ਕਿਹਾ? ਦੇਖੋ ਧਿਆਨ ਨਾਲ, ਰਕਮ ਦੇ ਵਿੱਚ ਕੀ ਕਿਹਾ? ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕਰੀਏ। ਤਾਂ ਉਰੇ 7 ਇੱਕੋ ਹੀ ਹੈ ਆਪਣੇ ਕੋਲੇ ਸਿਰਫ। ਤੇ ਪੂਰਨ ਵਰਗ ਦੇ ਲਈ ਆਪਾਂ ਨੂੰ ਕੀ ਚਾਹੀਦਾ? ਜੋਟੇ ਚਾਹੀਦੇ ਨੇ, ਜੋੜੇ ਚਾਹੀਦੇ ਨੇ। ਪੂਰਨ ਵਰਗ ਦੇ ਲਈ ਆਪਾਂ ਨੂੰ ਇੱਕ ਹੋਰ 7 ਚਾਹੀਦਾ, ਕਿਉਂਕਿ ਅਗਰ 7 2 ਵਾਰ ਆ ਜੇ ਤਾਂ ਜੋਟੇ ਪੂਰੇ ਹੋ ਜਾਣਗੇ। ਤੇ ਜੇ ਜੋਟੇ ਪੂਰੇ ਹੋ ਜਾਣਗੇ ਇਹ ਸੰਖਿਆ ਕੀ ਬਣ ਜੂਗੀ? ਪੂਰਨ ਵਰਗ ਬਣ ਜੂ। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ? ਜੇ 252 ਨੂੰ 7 ਨਾਲ ਗੁਣਾ ਕਰਾਂਗੇ ਤਾਂ ਜਿਹੜੀ ਸੰਖਿਆ ਕੀ ਬਣ ਜੂ? ਪੂਰਨ ਵਰਗ। ਦੇਖੋ ਜਦੋਂ ਇਹਨੂੰ ਆਪਾਂ ਉਰੇ 7 ਨਾਲ ਗੁਣਾ ਕੀਤੀ ਤਾਂ ਆ ਤਾਂ ਪਹਿਲਾਂ ਹੀ ਪੂਰਾ ਪਿਆ, ਆ ਪਹਿਲਾਂ ਪੂਰਾ ਪਿਆ, ਇਹ ਤਾਂ 252 ਹੋ ਹੀ ਗਿਆ ਨਾ ਆਪਣਾ। ਇੱਕ 7 ਨਾਲ ਆਪਾਂ ਹੋਰ ਗੁਣਾ ਕਰਤੀ। ਆ ਜੋਟੇ ਪਹਿਲਾਂ ਹੀ ਪੂਰਾ ਪਏ ਸੀ, ਹੁਣ ਆ ਜੋਟਾ ਵੀ ਕੀ ਹੋ ਗਿਆ? ਪੂਰਾ ਹੋ ਗਿਆ। ਤੇ ਸੰਖਿਆ ਕੀ ਬਣ ਗਈ? ਪੂਰਨ ਵਰਗ ਬਣ ਗਈ। ਤਾਂ ਇੱਥੇ ਦੇਖੋ ਪਹਿਲਾ ਆਨਸਰ, ਅਗਰ ਮੈਂ ਇਹਦੇ ਅਕੋਰਡਿੰਗ ਗੱਲ ਕਰਾਂ, ਆਨਸਰ ਕਿੰਨਾ ਆ ਗਿਆ? 7 ਆ ਗਿਆ। ਕਿ 252 ਨੂੰ 7 ਨਾਲ ਗੁਣਾ ਕਰਾਂਗੇ ਕੀ ਬਣ ਗਈ? ਪੂਰਨ ਵਰਗ। ਤਾਂ ਇੱਥੇ ਹੁਣ ਕਈ ਕੁਐਸਚਨ ਹੈ, ਪੂਰਨ ਵਰਗ ਬਣ ਗਈ ਨਾਲ ਉਹ ਕਹਿ ਸਕਦੇ ਨੇ ਸੰਖਿਆ ਪਤਾ ਕਰੋ। ਦੂਜਾ ਕੁਐਸਚਨ, ਇਹਨਾਂ ਦੀ ਗੁਣਾ ਕੀਤੀ, 252 ਦੀ 7 ਨਾਲ ਗੁਣਾ ਕਰਾਂਗੇ, 7 ਦੂਣੀ 14, 1 1764। ਤਾਂ ਉਹ ਸੰਖਿਆ ਕੀ ਆ ਗਈ? 1764, ਨੰਬਰ 1। ਦੂਜਾ ਕੁਐਸਚਨ ਕੀ ਹੈ? ਦੇਖੋ ਪਹਿਲਾ ਕੁਐਸਚਨ ਤਾਂ ਬਣ ਗਿਆ ਆਹ ਜਿਹੜਾ ਦੇ ਰੱਖਿਆ, ਇੱਕ ਆਪਾਂ ਹੋਰ ਬਣਾਤਾ ਸੰਖਿਆ ਪਤਾ ਕਰੋ। ਇੱਕ ਕੁਐਸਚਨ ਮੈਂ ਹੋਰ ਲਿਖ ਰਿਹਾ, ਉਸ ਸੰਖਿਆ ਦਾ ਵਰਗਮੂਲ ਵੀ ਪਤਾ ਕਰੋ। ਤਾਂ ਹੁਣ ਵਰਗਮੂਲ ਕੀ ਬਣ ਗਿਆ? ਦੇਖੋ ਆਪਣੇ ਕੋਲ ਸੰਖਿਆ ਕੀ ਆਈ ਸੀ? 1764, ਤੇ 1764 ਦਾ ਵਰਗਮੂਲ ਕਿੰਨਾ ਬਣ ਗਿਆ? ਜੋਟਾ, ਜੋਟੇ ਚੋਂ ਇੱਕ ਬਾਰ, ਤਾਂ ਕਿੰਨਾ ਆਨਸਰ ਆ ਗਿਆ? 42। ਤਾਂ ਇੱਥੇ 3 ਕੁਐਸਚਨ ਹੈ। ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕੀਤੀ ਜਾਵੇ? ਨੰਬਰ 1। ਨੰਬਰ 2, ਗੁਣਾ ਕਰਨ ਤੋਂ ਬਾਅਦ ਕੀ ਪਤਾ ਕਰਨੀ ਹੈ ਆਪਾਂ? ਸੰਖਿਆ ਪਤਾ ਕਰਨੀ ਹੈ। ਨੰਬਰ 3, ਉਸ ਸੰਖਿਆ ਦਾ ਆਪਾਂ ਕੀ ਕਰਨਾ ਹੈ? ਵਰਗਮੂਲ ਕਰਨਾ ਹੈ। ਇੱਕ ਉਦਾਹਰਨ ਹੋਰ ਲੈ ਕੇ ਚੱਲਦੇ ਹਾਂ, ਬਿਲਕੁਲ ਸੇਮ। ਆਪਾਂ ਮੈਂ ਸੰਖਿਆ ਲੈ ਰਿਹਾ 252 ਦੀ ਥਾਂ ਤੇ 768। ਬਿਲਕੁਲ ਸੇਮ ਕੁਐਸਚਨ ਆਪਾਂ ਲੈ ਕੇ ਚੱਲ ਰਹੇ ਹਾਂ ਕਿ 768 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕੀਤੀ ਜਾਵੇ ਕਿ ਇਹ ਪੂਰਨ ਵਰਗ ਬਣ ਜੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਗੁਣਨਖੰਡ ਕਰਾਂਗੇ। 2 ਤੇ ਗਿਆ 3 8 4 192, 24 12 6, ਮੈਂ ਇੱਧਰ ਲਿਖ ਰਿਹਾ 2 3 6 3 1। ਤਾਂ 768 ਆ ਗਿਆ। 2 ਗੁਣਾ 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 3 ਆ ਗਿਆ। ਪਹਿਲਾਂ ਇਹਦੇ ਜੋਟੇ, ਇੱਕ ਜੋਟਾ ਪੂਰਾ, ਦੂਜਾ ਪੂਰਾ, ਤੀਜਾ ਪੂਰਾ, ਚੌਥਾ ਪੂਰਾ। ਆ ਜੋਟੇ ਹੋ ਗਏ ਪੂਰੇ। 3 ਕਿੰਨੇ ਵਾਰ ਹੈ? 1 ਵਾਰ। ਕਿੰਨੇ ਵਾਰ ਚਾਹੀਦਾ ਆਪਾਂ ਨੂੰ? 2 ਵਾਰ। 2 ਵਾਰ ਚਾਹੀਦਾ। ਤਾਂ ਇਹਦਾ ਮਤਲਬ ਕੀ ਕਰਾਂਗੇ? 768 ਨੂੰ 3 ਨਾਲ ਗੁਣਾ ਕਰਨ ਤੇ ਇਹ ਪੂਰਨ ਵਰਗ ਬਣ ਜਾਵੇਗਾ। ਪਹਿਲਾ ਕੁਐਸਚਨ ਹੋ ਗਿਆ ਕਿ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਪੂਰਨ ਵਰਗ ਬਣ ਜੂ। ਠੀਕ, ਇਹ ਹੋ ਗਿਆ ਪਹਿਲਾ ਕੁਐਸਚਨ।
दूजा क्वेश्चन संख्या बन गई, (2304). तीजा 2304 का वर्गमूल, जे अगर तीजा क्वेश्चन भी पूछे तो वर्गमूल के लिए दोबारा हल करने की लोड़ नहीं। 1 2 3 4 आप 3 नाल लाता तो 1 3, 2 दूनी 4, 4 दूनी 8, 8 दूनी 16 ते 3 48। तो यह हो गया अपना क्वेश्चन। अगर आप संख्या नू किसी भी संख्या नू छोटी तो छोटी संख्या नाल गुना करिए। हुण आप उल्टा चलना है। उल्टा आप की चलना है, आप गल करनी है वंड की। इत्थे आप गुना की गल की सी, देखो हुण आप गल करनी है भाग की। सिर्फ इत्थे की फर्क पा रहा, मैं गुना की थां ते भाग लिख रहा कि उदाहरण ले ली 396 नू किहड़ी छोटी तो छोटी संख्या नाल वंड की जाए तां जो वह पूर्ण वर्ग बन जाए। उस संख्या भी पता करने कहता तो वह वर्गमूल भी कहता। तो सब तो पहला आप की करांगे 396 के गुणनखंड। 2 के पहाड़े ते गया 198, 2 के पहाड़े ते गया 99, 3 ते गया 33, 3 ते गया 11, 11 एकम 11। तो 396 अपने को आ गया 2 गुना 2 गुना 3 गुना 3 गुना 11, ये आ गया। पहला आप की करांगे जोटे पूरे करांगे। आ जोटे हो गए पूरे। तो जोटियां तो बाद आप देखो की करना है, किहड़ी छोटी तो छोटी संख्या वंड की जाए कि पूर्ण वर्ग बन जाए। तो जोटियां तो बाद जिहड़ी रकम बच गई उन्होंने आप की कर देंगे, खत्म करना पू। आपू की करना पू, वंड करनी पऊगी। क्योंकि देखो आ तो जोटे पूरे ने, जिहड़ी कली संख्या बच गई आपू की करना पू, उसकी वंड करनी पू। तो फिर की आ गया 396 की 11 नाल वंड करन ते यह पूर्ण वर्ग बन जाएगी। यह तो हो गया पहले का आंसर कि पूर्ण वर्ग बन गई। दूजा इनू संख्या पता करनी है, तो फिर आप की करांगे, आप 11 नाल इनू वंड देंगे। 11 × 3 = 33। तो फिर संख्या कितनी आ गई 36, है ना। तीजा आ गया वर्गमूल। हुण देखो आप की किया, आप वंड करती, मतलब खत्म करता। तो 36 का वर्गमूल फिर की हो गया 1 2 आजू 1 3, आ तो खत्म ही हो गया। पिछले क्वेश्चन आप गुना की सी, आप संख्या नूं नाल लैके आए सी, एक होर संख्या नूं अपने कन्नै जोड़िया सी, इहदे विच आपां लैके आए सी। हुण आपां की करना, इहनूं खत्म करना है। तो इहनूं आपां की करता, खत्म करता। पिछे जो जोड़े पूरे रह गए उन्होंने आपां की कर लांगे, हल कर लांगे। तो जो 36 है इहदा वर्गमूल की बन गया अपने कोले 6 बन गया। एक क्वेश्चन आप होर लैके चलते हैं, इनू होर क्लीयर करने के लिए मैं इत्थे संख्या ले रहा 396 की थां ते 1620। हुण 396 की थां ते आपां किहड़ी संख्या ले रहे हैं 1620। तो 1620 के गुणनखंड 2 ते 810, 2 ते 405, 4 ते 5 9 अंकों का जोड़ देखो 3 ते वंडिया जा रहा 135, 45, 15, 5 1। ठीक। तो 1620 किहदे बराबर आ गया 2 गुना 2 गुना 3 गुना 3 गुना 3 गुना 3 गुना 5। आ जोटा पूरा, आ जोटा पूरा, आ जोटा पूरा, आ कला बच गया। तो वंड करनी है, तो इनू की करना पऊगा, आपां नूं खत्म करना पऊगा। तो फिर की आंसर आ गया पहली लाइन का 1620 नूं 5 नाल वंडन ते यह पूर्ण वर्ग बन जाएगी। नंबर 2 आप 5 नाल की कर दें, यदि वंड कर दें तो वंड करके कितना आ जाऊगा 324। तुसीं वंड करके देख सकते हो। तीजा 324 का वर्गमूल आता खत्म ही करता। 1 आ बच गया, 1 आ बच गया, 1 आ बच गया, 3 9 9 दूनी 18। तो फिर अपने को क्वेश्चन की बन गया 1620 नूं 5 नाल वंडन ते पूर्ण वर्ग बन गई। तो वर्ग करके संख्या केड़ी आ गई 324 आ गई। तो वह वर्गमूल कितना आ गया 18। हुण